ਪਿਆਰੇ ਬੱਚਿਓ, ਅੱਜ ਦੇ ਇਸ ਸੈਸ਼ਨ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਜਮਾਤ 7ਵੀਂ ਦੇ ਸਮਾਜਿਕ ਸਿੱਖਿਆ ਦੇ ਪਾਠ 10 ਭਾਰਤ ਅਤੇ ਸੰਸਾਰ ਕਦੋਂ, ਕਿੱਥੇ ਅਤੇ ਕਿਵੇਂ ਦੀ ਦੁਹਰਾਈ ਕਰਾਂਗੇ। ਮੈਂ ਅਸ਼ੋਕ ਪਠੇਜਾ, ਸਮਾਜਿਕ ਸਿੱਖਿਆ ਮਾਸਟਰ, ਸਰਕਾਰੀ ਮਿਡਲ ਸਕੂਲ ਚੱਕਬੀੜ ਸਰਕਾਰ ਸ਼੍ਰੀ ਮੁਕਤਸਰ ਸਾਹਿਬ ਤੋਂ ਤੁਹਾਡੇ ਲਈ ਲੈ ਕੇ ਆਇਆ ਹਾਂ ਇਹ ਰਿਵੀਜ਼ਨ, ਇਹ ਦੁਹਰਾਈ। ਇਸ ਪਾਠ ਨੂੰ ਅਸੀਂ ਬਹੁਤ ਹੀ ਛੋਟੇ ਛੋਟੇ ਪ੍ਰਸ਼ਨ ਉੱਤਰਾਂ ਦੇ ਰੂਪ ਵਿੱਚ ਬਦਲਿਆ ਹੈ ਅਤੇ ਸਾਡੀ ਕੋਸ਼ਿਸ਼ ਇਹ ਹੈ ਵੀ ਕੋਈ ਵੀ ਜਿਹੜਾ ਪ੍ਰਸ਼ਨ ਹੈ ਉਹ ਇਸ ਤੋਂ ਬਾਹਰ ਨਾ ਜਾਵੇ। ਪ੍ਰੀਖਿਆ ਦੇ ਵਿੱਚ ਜੋ ਪ੍ਰਸ਼ਨ ਆਉਣਗੇ ਉਹ ਇਸੇ ਪਾਠ ਦੇ ਵਿੱਚੋਂ ਹੀ ਹੋਣ ਜੋ ਤੁਸੀਂ ਕੀਤੇ ਹਨ। ਇਸ ਲਈ ਆਪਾਂ ਅੱਜ ਗੱਲਾਂ ਬਾਤਾਂ ਦੇ ਰਾਹੀਂ ਇਸ ਪਾਠ ਨੂੰ ਤੁਹਾਨੂੰ ਯਾਦ ਕਰਵਾਉਣ ਦੀ ਕੋਸ਼ਿਸ਼ ਕਰਾਵਾਂਗੇ। ਜਿਵੇਂ ਕਿ ਤੁਸੀਂ ਪਿਛਲੇ ਪਾਠ ਨੂੰ ਪਿਛਲੇ ਹਿੱਸੇ ਦੇ ਵਿੱਚ ਪੜ੍ਹਿਆ ਹੈ, ਬਹੁਤ ਹੀ ਵਿਸਥਾਰ ਦੇ ਵਿੱਚ ਪੜ੍ਹਿਆ ਹੈ, ਅਤੇ ਅੱਗੇ ਵਧਣ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਹਾਨੂੰ ਉਹਨਾਂ ਮਹੱਤਵਪੂਰਨ ਤੱਥਾਂ ਬਾਰੇ ਯਾਦ ਕਰਾਵਾਂ ਜੋ ਤੁਸੀਂ ਪੜ੍ਹ ਕੇ ਆਏ ਹੋ, ਤਾਂ ਜੋ ਤੁਹਾਨੂੰ ਜੋ ਪ੍ਰਸ਼ਨ ਪੁੱਛਣ ਜਾਣਗੇ ਉਹਨਾਂ ਦੇ ਜਿਹੜੇ ਉੱਤਰ ਹੈ ਤੁਸੀਂ ਵਧੀਆ ਤਰੀਕੇ ਨਾਲ ਦੇ ਸਕੋ। ਆਓ ਗੱਲ ਕਰੀਏ ਆਪਾਂ ਪਿਛਲੇ ਕੁਝ ਮਹੱਤਵਪੂਰਨ ਤੱਥਾਂ ਦੀ ਇਸ ਪਾਠ ਨਾਲ ਜਿਹੜੇ ਸੰਬੰਧਿਤ ਹੈ। ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਸ ਦੇ ਵਿੱਚ ਆਦਿ ਮਨੁੱਖ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ ਕਿ ਕਿਵੇਂ ਆਦਿ ਜਿਹੜਾ ਮਨੁੱਖ ਸੀਗਾ ਉਹ ਸ਼ਿਕਾਰੀ ਤੋਂ ਸੰਗ੍ਰਹਿਕ ਬਣਿਆ ਸੀਗਾ। ਜਿਹੜਾ ਮਨੁੱਖ ਸੀਗਾ ਉਹ ਨਦੀਆਂ ਦੇ ਕਿਨਾਰੇ ਰਹਿੰਦਾ ਸੀਗਾ। ਫਿਰ ਹੌਲੀ ਹੌਲੀ ਆਬਾਦੀ ਵਧਣ ਦੇ ਨਾਲ ਉਸਨੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ। ਉਸਨੇ ਜਿਹੜੀਆਂ ਚੀਜ਼ਾਂ ਦਾ ਇਕੱਠ ਕਰਨਾ ਸ਼ੁਰੂ ਕਰ ਦਿੱਤਾ, ਇਕੱਠੀਆਂ ਕਰਕੇ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤਰ੍ਹਾਂ ਉਹ ਮਨੁੱਖ ਸ਼ਿਕਾਰੀ ਤੋਂ ਸੰਗ੍ਰਹਿਕ ਬਣ ਗਿਆ। ਫਿਰ ਹੌਲੀ ਹੌਲੀ ਕਬੀਲੇ ਹੋਂਦ ਵਿੱਚ ਆਏ ਅਤੇ ਫਿਰ ਛੋਟੇ ਛੋਟੇ ਕਬੀਲਿਆਂ ਦੇ ਸਮੂਹ ਨੂੰ ਮਹਾਂਜਨਪਦ ਦਾ ਨਾਂ ਦਿੱਤਾ ਗਿਆ। ਉਸ ਦੇ ਵਿੱਚ ਕਬੀਲੇ ਦਾ ਮੁਖੀ ਹੁੰਦਾ ਸੀ ਅਤੇ ਬਾਕੀ ਉਸ ਨੂੰ ਦੀ ਪਾਲਣਾ ਕਰਦੇ ਸਨ। ਆਓ ਅੱਗੇ ਗੱਲ ਕਰੀਏ। ਇਹ ਜੋ ਤੁਸੀਂ ਨਕਸ਼ਾ ਦੇਖ ਰਹੇ ਹੋ, ਇਸ ਦੇ ਵਿੱਚ ਭਾਰਤੀ ਉਪ ਮਹਾਂਦੀਪ ਦੀ ਤਸਵੀਰ ਦਿਖਾਈ ਦੇ ਰਹੀ ਹੈ। ਭਾਰਤੀ ਉਪ ਮਹਾਂਦੀਪ ਬਾਕੀ ਮਹਾਂਦੀਪਾਂ ਨਾਲੋਂ ਵੱਖਰਾ ਹੈ। ਮਹਾਂਦੀਪ ਅਤੇ ਉਪ ਮਹਾਂਦੀਪ ਦੇ ਵਿੱਚ ਫਰਕ ਇਹ ਹੈ ਕਿ ਉਪ ਮਹਾਂਦੀਪ ਦੇ ਵਿੱਚ 3 ਪਾਸੇ ਤੋਂ ਸਮੁੰਦਰ ਲੱਗਦਾ ਹੈ, ਕਿਉਂਕਿ ਸਾਡਾ ਦੇਸ਼ 'ਚ ਦਿਖਾਈ ਦੇ ਰਿਹਾ ਹੈ ਜੋ ਇਹ ਕੇਸਰੀ ਰੰਗ ਦੇ ਵਿੱਚ ਬਾਉਂਡਰੀ ਵਾਲ ਹੈ, ਉਹ ਸਾਡੇ ਭਾਰਤੀ ਉਪ ਮਹਾਂਦੀਪ ਦੀ ਤਸਵੀਰ ਹੈ। ਮਹਾਂਦੀਪ ਦਾ ਮਤਲਬ ਹੈ ਵੀ ਉਹ ਧਰਤੀ ਦਾ ਟੁਕੜਾ ਜਿਸ ਨੂੰ ਚਾਰੇ ਪਾਸੇ ਤੋਂ ਸਮੁੰਦਰ ਨੇ ਘੇਰਿਆ ਹੋਵੇ, ਅਤੇ ਉਪ ਮਹਾਂਦੀਪ ਹੈ ਜਿਸ ਨੂੰ 3 ਪਾਸੇ ਤੋਂ ਘੇਰਿਆ ਹੋਵੇ। ਅਤੇ ਜੋ ਇਹ ਆਕ੍ਰਿਤੀ ਦਿਖਾਈ ਦੇ ਰਹੀ ਹੈ ਇਹ ਭਾਰਤੀ ਉਪ ਮਹਾਂਦੀਪ ਦੀ ਹੈ। ਆਓ ਗੱਲ ਕਰੀਏ ਇਸ ਵਿੱਚ ਸ਼ਾਮਲ ਦੇਸ਼ਾਂ ਬਾਰੇ। ਭਾਰਤੀ ਉਪ ਮਹਾਂਦੀਪ ਦੇ ਵਿੱਚ 6 ਦੇਸ਼ ਸ਼ਾਮਲ ਸਨ, ਜਿਨ੍ਹਾਂ ਦੇ ਨਾਂ ਹਨ ਪਾਕਿਸਤਾਨ, ਅਫਗਾਨਿਸਤਾਨ, ਨੇਪਾਲ, ਬੰਗਲਾਦੇਸ਼, ਭੂਟਾਨ ਅਤੇ ਭਾਰਤ। ਇਹ ਸ਼ਾਮਲ ਸਨ। ਅਤੇ ਹੁਣ ਗੱਲ ਕਰਦੇ ਹਾਂ ਵੱਖ ਵੱਖ ਸਮੇਂ ਦੇ ਵਿੱਚ ਭਾਰਤੀ ਉਪ ਮਹਾਂਦੀਪ ਲਈ ਵੱਖ ਵੱਖ ਨਾਂ ਜੋ ਪ੍ਰਚਲਿਤ ਸਨ। ਵੈਦਿਕ ਕਾਲ ਦੇ ਵਿੱਚ ਇਸ ਨੂੰ ਆਰਿਆਵਰਤ ਕਿਹਾ ਜਾਂਦਾ ਸੀ, ਜਿਸ ਦਾ ਸ਼ਬਦੀ ਅਰਥ ਹੈ ਆਰਿਆ ਦਾ ਦੇਸ਼। ਮਹਾਂਭਾਰਤ ਅਤੇ ਪੁਰਾਣਾਂ ਦੇ ਸਮੇਂ ਦੇ ਵਿੱਚ ਇਸ ਨੂੰ ਰਾਜਾ ਭਾਰਤ ਦੇ ਨਾਂ 'ਤੇ ਭਾਰਤ ਵਰਸ਼ ਕਿਹਾ ਜਾਣ ਲੱਗਾ ਸੀ। ਇਹ ਜੋ ਤੁਸੀਂ ਤਸਵੀਰ ਦਿਖਾਈ ਦੇ ਰਹੇ ਹੋ, ਇਸ ਦੇ ਵਿੱਚ ਪੂਰਵ ਕਾਲ ਦੇ ਵਿੱਚ ਭਾਰਤ ਵਰਸ਼ ਅਤੇ ਭਾਰਤ ਅਤੇ ਪੁਰਾਣਾਂ ਦੇ ਵਿੱਚ ਭਾਰਤ ਵਰਸ਼ ਇਸ ਦਾ ਨਾਂ ਸੀ। ਇਹ ਇਰਾਨੀਆਂ ਨੇ ਭਾਰਤ ਦੇ ਲਈ ਇਸ ਨੂੰ ਹਿੰਦੂ ਦਾ ਨਾਂ ਦਿੱਤਾ ਗਿਆ, ਜਦਕਿ ਯੂਨਾਨੀਆਂ ਨੇ ਇਸ ਨੂੰ ਇੰਡਸ ਕਹਿਣਾ ਸ਼ੁਰੂ ਕੀਤਾ। ਬਾਈਬਲ ਦੇ ਵਿੱਚ ਇਸ ਲਈ ਹੋਡੂ ਸ਼ਬਦ ਦੀ ਵਰਤੋਂ ਕੀਤੀ ਗਈ। ਜਦੋਂ ਚੀਨ ਵਿੱਚ ਬੁੱਧ ਧਰਮ ਦਾ ਪ੍ਰਸਾਰ ਹੋਇਆ ਤਾਂ ਚੀਨੀਆਂ ਨੇ ਭਾਰਤ ਨੂੰ ਤਾਈਚੂਨ ਦਾ ਨਾਂ ਦਿੱਤਾ। ਭਾਰਤ ਵਿੱਚ ਹਿਊਨ-ਸਾਂਗ ਦੀ ਯਾਤਰਾ ਦੇ ਪਿੱਛੋਂ ਭਾਰਤ ਨੂੰ ਇੰਟੂ ਕਿਹਾ ਜਾਣ ਲੱਗਾ। ਆਓ ਗੱਲ ਕਰੀਏ ਕਿ ਭਾਰਤੀ ਇਤਿਹਾਸ ਦੇ ਮੱਧਕਾਲੀਨ ਯੁੱਗ ਦੀ ਸਮਾਂ ਯੋਜਨਾ ਦਾ। ਆਮ ਤੌਰ 'ਤੇ ਹਰੇਕ ਦੇਸ਼ ਦੇ ਇਤਿਹਾਸ ਨੂੰ 3 ਪ੍ਰਮੁੱਖ ਯੁੱਗਾਂ
ਪ੍ਰਾਚੀਨ, ਮੱਧਕਾਲੀਨ ਅਤੇ ਆਧੁਨਿਕ ਯੁੱਗ ਵਿੱਚ ਵੰਡਿਆ ਜਾਂਦਾ ਹੈ। ਇਤਿਹਾਸ ਦੇ ਪ੍ਰਾਚੀਨ ਯੁੱਗ ਅਤੇ ਆਧੁਨਿਕ ਯੁੱਗ ਦੇ ਵਿਚਕਾਰਲੇ ਸਮੇਂ ਨੂੰ ਮੱਧਕਾਲੀਨ ਯੁੱਗ ਕਿਹਾ ਜਾਂਦਾ ਹੈ। ਅਤੇ ਭਾਰਤ ਵਿੱਚ ਜਿਹੜੀ 8ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਦੇ ਵਿਚਕਾਰਲੇ ਸਮੇਂ ਨੂੰ ਮੱਧਕਾਲੀਨ ਯੁੱਗ ਕਿਹਾ ਸੀ। ਪ੍ਰਾਚੀਨ ਕਾਲ ਈਸਾ ਪੂਰਵ ਤੋਂ 8ਵੀਂ ਸਦੀ ਤੱਕ, ਮੱਧਕਾਲੀਨ ਯੁੱਗ 8ਵੀਂ ਤੋਂ 13ਵੀਂ ਸਦੀ ਅਤੇ ਉੱਤਰ ਮੱਧਕਾਲੀਨ ਯੁੱਗ 13ਵੀਂ ਤੋਂ 18ਵੀਂ ਸਦੀ ਤੱਕ, ਅਤੇ ਤੀਸਰਾ ਹੈ ਆਧੁਨਿਕ ਕਾਲ 18ਵੀਂ ਸਦੀ ਤੋਂ ਹੁਣ ਤੱਕ। ਇਸ ਲੈਸਨ ਦੇ ਵਿੱਚ ਜੋ ਤੁਸੀਂ ਪੜ੍ਹ ਕੇ ਆਏ ਹੋ ਉਹ ਹੈ ਮੱਧਕਾਲੀਨ ਯੁੱਗ 8ਵੀਂ ਸਦੀ ਤੋਂ 18ਵੀਂ ਸਦੀ ਤੱਕ, ਅਤੇ 8ਵੀਂ ਸਦੀ ਨੂੰ ਪਰਿਵਰਤਨ ਦੀ ਸਦੀ ਮੰਨਿਆ ਗਿਆ ਹੈ, ਕਿਉਂਕਿ ਇਸ ਸਮੇਂ ਦੌਰਾਨ ਉਸ ਸਮੇਂ ਦੇ ਸਮਾਜ ਵਿੱਚ, ਰਾਜਨੀਤਿਕ ਵਿਵਸਥਾ ਦੇ ਵਿੱਚ, ਅਰਧ ਵਿਵਸਥਾ ਦੇ ਵਿੱਚ, ਸੱਭਿਆਚਾਰ ਅਤੇ ਧਰਮ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਈਆਂ। ਅਤੇ ਇਸੇ ਤਰ੍ਹਾਂ 18ਵੀਂ ਸਦੀ ਦਾ ਜਿਹੜਾ ਭਾਰਤ ਸੀਗਾ ਉਸ ਸਮੇਂ ਮੁਗਲ ਸਾਮਰਾਜ ਖੇਰੂ ਖੇਰੂ ਹੋਇਆ ਅਤੇ ਇੱਕ ਨਵੀਂ ਸ਼ਕਤੀ ਅੰਗਰੇਜ਼ਾਂ ਦੇ ਰੂਪ ਦੇ ਵਿੱਚ ਇੱਥੇ ਆਈ। ਤਾਂ ਇਸ ਕਰਕੇ ਇਸ ਨੂੰ ਪਰਿਵਰਤਨ ਦੀ ਸਦੀ ਮੰਨਿਆ ਗਿਆ ਹੈ। ਇਸ ਸਦੀ ਦੇ ਵਿੱਚ ਜਿੰਨੀਆਂ ਵੀ ਤਬਦੀਲੀਆਂ ਹੋਈਆਂ ਸਨ, ਜਿਸ ਨੇ ਕਿ ਪੁਰਾਣੇ ਯੁੱਗ ਅਤੇ ਨਵੇਂ ਯੁੱਗ ਦੇ ਜਿਹੜੇ ਚਿਹਰੇ ਨੂੰ ਬਿਲਕੁਲ ਬਦਲ ਦਿੱਤਾ ਸੀ। ਆਓ ਅੱਗੇ ਗੱਲ ਕਰੀਏ ਪ੍ਰਮੁੱਖ ਇਤਿਹਾਸਕ ਪ੍ਰਵਿਰਤੀਆਂ ਬਾਰੇ। ਪ੍ਰਵਿਰਤੀਆਂ ਦਾ ਮਤਲਬ ਹੁੰਦਾ ਹੈ ਰੁਚੀਆਂ। ਉਸ ਸਮੇਂ ਦੇ ਜਿਹੜੇ ਰੁਝਾਨ ਸਨ ਉਹ ਕੀ ਸਨ? ਮੁਸਲਮਾਨਾਂ ਦਾ ਆਉਣ ਨਾਲ ਹਿੰਦੂ ਅਤੇ ਮੁਸਲਮਾਨਾਂ ਦਾ ਜਿਹੜਾ ਸੱਭਿਆਚਾਰ ਸੀ ਮਿਲ ਕੇ ਮਿਸ਼ਰਤ ਸੱਭਿਆਚਾਰ ਬਣਿਆ। ਹਿੰਦੀ ਅਤੇ ਉਰਦੂ ਭਾਸ਼ਾਵਾਂ ਦਾ ਵਿਕਾਸ ਹੋਇਆ। ਨਵੇਂ ਸਮਾਜਿਕ ਰੀਤੀ ਰਿਵਾਜਾਂ ਅਤੇ ਧਾਰਮਿਕ ਵਿਸ਼ਵਾਸਾਂ ਦੀ ਉਤਪਤੀ ਹੋਈ। ਵਪਾਰ ਦਾ ਫੈਲਾਅ ਵਧਿਆ। ਬਹੁਤ ਸਾਰੀਆਂ ਚੀਜ਼ਾਂ ਦਾ ਵਪਾਰ ਹੋਣ ਲੱਗਾ। ਦੇਸ਼ ਵਿਦੇਸ਼ ਦੇ ਵਿੱਚ ਸਾਡੇ ਭਾਰਤ ਦੀਆਂ ਚੀਜ਼ਾਂ ਬਾਹਰ ਜਾਣ ਲੱਗੀਆਂ ਅਤੇ ਬਾਹਰਲੀਆਂ ਚੀਜ਼ਾਂ ਸਾਡੇ ਦੇਸ਼ ਵਿੱਚ ਵਿਕਣ ਲੱਗੀਆਂ। ਭਗਤਾਂ ਅਤੇ ਸੂਫੀ ਸੰਤਾਂ ਦੀ ਭੂਮਿਕਾ ਹਿੰਦੂ ਅਤੇ ਇਸਲਾਮ ਧਰਮ ਹੋਂਦ ਵਿੱਚ ਆਏ। ਉਹਨਾਂ ਦਾ ਪ੍ਰਚਾਰ ਹੋਇਆ। ਲੋਕਾਂ ਨੂੰ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਹੋਈ। ਭਗਤਾਂ ਅਤੇ ਸੂਫੀ ਸੰਤਾਂ ਦੀ ਭੂਮਿਕਾ ਨੇ ਹਿੰਦੂ ਅਤੇ ਇਸਲਾਮ ਧਰਮਾਂ ਦੇ ਮੂਲ ਸਿਧਾਂਤਾਂ ਬਾਰੇ ਚੰਗੀ ਸੋਚ ਉਤਪੰਨ ਕੀਤੀ। ਅੱਗੇ ਗੱਲ ਕਰਦੇ ਹਾਂ ਇਤਿਹਾਸ ਦੇ ਸਰੋਤਾਂ ਬਾਰੇ। ਭਾਰਤੀ ਮੱਧਕਾਲੀਨ ਯੁੱਗ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਤਿਹਾਸਕਾਰ ਪੁਰਾਤੱਤਵ ਅਤੇ ਸਾਹਿਤਕ ਸਮੱਗਰੀ ਦੇ ਉੱਪਰ ਨਿਰਭਰ ਕਰਦੇ ਹਨ। ਪੁਰਾਤੱਤਵ ਸਰੋਤ ਕਿਹੜੇ ਹਨ? ਪੁਰਾਤੱਤਵ ਸਰੋਤਾਂ ਦੇ ਵਿੱਚ ਪ੍ਰਾਚੀਨ ਸਮਾਰਕ, ਮੰਦਰ, ਸ਼ਿਲਾਲੇਖ, ਸਿੱਕੇ, ਬਰਤਨ, ਸੰਦ, ਹਥਿਆਰ, ਗਹਿਣੇ ਅਤੇ ਚਿੱਤਰ ਸ਼ਾਮਲ ਹਨ। ਜਿਵੇਂ ਉਦਾਹਰਨ ਵਜੋਂ ਖੁਜਰਾਹੋ ਦਾ ਮੰਦਰ, ਕੋਨਾਰਕ ਦਾ ਮੰਦਰ, ਜਾਮਾ ਮਸਜਿਦ, ਲਾਲ ਕਿਲ੍ਹਾ ਆਦਿ। ਇਤਿਹਾਸਕ ਸਰੋਤਾਂ ਦੀ ਗੱਲ ਕਰੀਏ, ਸਾਹਿਤਕ ਸਰੋਤਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਜੀਵਨੀਆਂ, ਸਵੈ ਜੀਵਨੀਆਂ, ਰਾਜਿਆਂ ਦੇ ਬਿਰਤਾਂਤ, ਸਫ਼ਰਨਾਮੇ, ਸਰਕਾਰੀ ਦਸਤਾਵੇਜ਼, ਧਾਰਮਿਕ ਪੁਸਤਕਾਂ ਅਤੇ ਵਿਦਵਾਨਾਂ ਦੁਆਰਾ ਲਿਖੀਆਂ ਹੋਈਆਂ ਪੁਸਤਕਾਂ ਜਿਵੇਂ ਇਬਨ ਬਤੂਤਾ ਦੀ ਕਿਤਾਬ ਉਲ ਰਹੇਲਾ, ਅਬਦੁਲ ਰਜ਼ਾਕ ਨੇ ਵਿਜੇਨਗਰ ਬਾਰੇ ਲਿਖਿਆ, ਚਿੱਤਰਕਾਰੀ ਅਤੇ ਸੰਗੀਤ ਬਾਰੇ ਜਿਵੇਂ ਅਕਬਰ ਦਾ ਜਿਹੜਾ ਪ੍ਰਸਿੱਧ ਸੰਗੀਤਕਾਰ ਤਾਨਸੇਨ ਸੀ। ਆਓ ਹੁਣ ਅਸੀਂ ਗੱਲ ਕਰਾਂਗੇ ਇਸ ਪਾਠ ਦੀ ਦੁਹਰਾਈ ਬਾਰੇ, ਅਤੇ ਇਸ ਨੂੰ ਸ਼ੁਰੂ ਕਰਦੇ ਹਾਂ ਅਸੀਂ ਖਾਲੀ ਥਾਵਾਂ ਦੇ ਰੂਪ ਦੇ ਵਿੱਚ। ਬੱਚੋ, ਇਸ ਦੇ ਵਿੱਚ ਅਸੀਂ ਜੋ ਪ੍ਰਸ਼ਨ ਉੱਤਰ ਬਣਾਏ ਹਨ ਉਸ ਦੇ ਵਿੱਚ ਪ੍ਰਸ਼ਨਾਂ ਨੂੰ ਦੁਬਾਰਾ ਰੂਪ ਦਿੱਤਾ ਗਿਆ ਹੈ। ਉੱਤਰ ਉਹੀ ਹਨ, ਤੁਸੀਂ ਘਬਰਾਉਣਾ ਨਹੀਂ। ਤੁਸੀਂ ਇਸ ਨੂੰ ਵੇਖ ਕੇ ਯਾਦ ਕਰਕੇ, ਕਿਉਂਕਿ ਪ੍ਰਸ਼ਨ ਹੋਰ ਹੋਣਗੇ, ਉੱਤਰ ਸੇਮ ਹੀ ਹੋਣਗੇ। ਆਓ ਗੱਲ ਕਰੀਏ ਖਾਲੀ ਥਾਵਾਂ ਦੀ। ਆਰੰਭ ਵਿੱਚ ਮਨੁੱਖ ਡੈਸ਼ ਦੇ ਕਿਨਾਰੇ ਰਹਿੰਦੇ ਸਨ। ਡੈਸ਼ ਇੱਕ ਵੱਡੀ ਭੂਗੋਲਿਕ ਇਕਾਈ ਹੈ ਜਿਹੜੀ ਬਾਕੀ ਮਹਾਂਦੀਪਾਂ ਤੋਂ ਵੱਖਰੀ ਹੈ। ਭਾਰਤ ਇੱਕ ਡੈਸ਼ ਹੈ। ਉਪ ਮਹਾਂਦੀਪ ਨੂੰ ਪੂਰਬ ਕਾਲ ਵਿੱਚ ਡੈਸ਼ ਜਾਂ ਭਾਰਤ ਵਰਸ਼ ਕਿਹਾ ਜਾਂਦਾ ਸੀ। ਭਾਰਤੀ ਉਪ ਮਹਾਂਦੀਪ ਵਿੱਚ ਵਰਤਮਾਨ ਡੈਸ਼ ਦੇਸ਼ ਸ਼ਾਮਲ ਸਨ। ਆਓ ਇਹਨਾਂ ਦੇ ਉੱਤਰ ਦੇਖੀਏ। ਪਹਿਲੀ ਖਾਲੀ ਥਾਂ ਦੇ ਵਿੱਚ ਹੈ, ਆਰੰਭ ਵਿੱਚ ਮਨੁੱਖ ਨਦੀਆਂ ਦੇ ਕਿਨਾਰੇ 'ਤੇ ਰਹਿੰਦੇ ਸਨ।
ਡੈਸ਼ ਇੱਕ ਵੱਡੀ ਉਪ ਮਹਾਂਦੀਪ ਇੱਕ ਵੱਡੀ ਭੂਗੋਲਿਕ ਇਕਾਈ ਹੈ। ਭਾਰਤ ਇੱਕ ਡੈਸ਼ ਹੈ, ਕੀ ਹੈ? ਉਪ ਮਹਾਂਦੀਪ। ਉਪ ਮਹਾਂਦੀਪ ਨੂੰ ਪੂਰਵ ਕਾਲ ਦੇ ਵਿੱਚ ਭਾਰਤ ਜਾਂ ਭਾਰਤ ਵਰਸ਼ ਕਿਹਾ ਜਾਂਦਾ ਸੀ। ਭਾਰਤੀ ਉਪ ਮਹਾਂਦੀਪ ਵਿੱਚ ਵਰਤਮਾਨ ਵਿੱਚ ਕਿੰਨੇ ਦੇਸ਼ ਸ਼ਾਮਲ ਹਨ? ਦੇਖੀਏ ਉੱਤਰ 6। ਪਿੱਛੇ ਪੜ੍ਹ ਕੇ ਆਏ ਹਾਂ ਆਪਾਂ, ਆਓ ਅੱਗੇ ਚੱਲੀਏ। ਇਤਿਹਾਸ ਵਿੱਚ ਡੈਸ਼ ਨੂੰ ਵੱਖ ਵੱਖ ਨਾਂ ਦਿੱਤੇ ਗਏ ਹਨ। ਡੈਸ਼ ਕਾਲ ਵਿੱਚ ਭਾਰਤੀਆਂ ਨੂੰ ਆਰਿਆਵਰਤ ਕਿਹਾ ਜਾਂਦਾ ਸੀ। ਭਾਰਤ ਦਾ ਨਾਂ ਰਾਜਾ ਡੈਸ਼ ਭਾਰਤ ਵਰਸ਼ ਦੇ ਨਾਂ 'ਤੇ ਪਿਆ। ਡੈਸ਼ ਅਤੇ ਡੈਸ਼ ਦੇ ਸਮੇਂ ਭਾਰਤ ਨੂੰ ਭਾਰਤ ਵਰਸ਼ ਕਿਹਾ ਜਾਣ ਲੱਗਾ। ਯੂਨਾਨੀਆਂ ਨੇ ਭਾਰਤ ਨੂੰ ਡੈਸ਼ ਦਾ ਨਾਂ ਦਿੱਤਾ। ਚੀਨੀਆਂ ਨੇ ਭਾਰਤ ਨੂੰ ਡੈਸ਼ ਚੂ ਦਾ ਨਾਂ ਦਿੱਤਾ। ਆਓ ਉੱਤਰ ਦੇਖੀਏ। ਇਤਿਹਾਸ ਵਿੱਚ ਭਾਰਤ ਨੂੰ ਵੱਖ ਵੱਖ ਨਾਂ ਦਿੱਤੇ ਗਏ ਹਨ। ਵੈਦਿਕ ਕਾਲ ਵਿੱਚ ਭਾਰਤ ਨੂੰ ਆਰਿਆਵਰਤ ਕਿਹਾ ਜਾਂਦਾ ਸੀ। ਭਾਰਤ ਦਾ ਨਾਂ ਰਾਜਾ ਭਾਰਤ ਵਰਸ਼ ਦੇ ਨਾਂ 'ਤੇ ਪਿਆ। ਮਹਾਭਾਰਤ ਅਤੇ ਪੁਰਾਣਾਂ ਦੇ ਸਮੇਂ ਭਾਰਤ ਨੂੰ ਭਾਰਤ ਵਰਸ਼ ਕਿਹਾ ਜਾਣ ਲੱਗਾ। ਯੂਨਾਨੀਆਂ ਨੇ ਭਾਰਤ ਨੂੰ ਇੰਡਸ ਦਾ ਨਾਂ ਦਿੱਤਾ। ਚੀਨੀਆਂ ਨੇ ਭਾਰਤ ਨੂੰ ਤਾਈਚੂਨ ਦਾ ਨਾਂ ਦਿੱਤਾ। ਆਓ ਅੱਗੇ ਚੱਲੀਏ। ਹਰੇਕ ਦੇਸ਼ ਦੇ ਇਤਿਹਾਸ ਨੂੰ ਡੈਸ਼ ਭਾਗਾਂ ਯੁੱਗਾਂ ਵਿੱਚ ਵੰਡਿਆ ਜਾਂਦਾ ਹੈ। ਪ੍ਰਾਚੀਨ ਯੁੱਗ ਅਤੇ ਆਧੁਨਿਕ ਯੁੱਗ ਦੇ ਵਿਚਕਾਰਲੇ ਸਮੇਂ ਨੂੰ ਡੈਸ਼ ਯੁੱਗ ਕਿਹਾ ਜਾਂਦਾ ਹੈ। ਭਾਰਤ ਵਿੱਚ 8ਵੀਂ ਸਦੀ ਤੋਂ 18ਵੀਂ ਸਦੀ ਦੇ ਸਮੇਂ ਨੂੰ ਡੈਸ਼ ਯੁੱਗ ਕਿਹਾ ਜਾਂਦਾ ਹੈ। ਭਾਰਤ ਵਿੱਚ 8ਵੀਂ ਸਦੀ ਨੂੰ ਡੈਸ਼ ਨੂੰ ਸਦੀ ਮੰਨਿਆ ਜਾਂਦਾ ਹੈ। ਭਾਰਤ ਵਿੱਚ ਮੱਧਕਾਲੀਨ ਯੁੱਗ ਨੂੰ ਦੋ ਭਾਗਾਂ ਡੈਸ਼ ਮੱਧਕਾਲੀਨ ਯੁੱਗ ਅਤੇ ਡੈਸ਼ ਮੱਧਕਾਲੀਨ ਯੁੱਗ ਵਿੱਚ ਵੰਡਿਆ ਹੋਇਆ ਹੈ। ਆਓ ਇਹਨਾਂ ਦੇ ਉੱਤਰ ਦੇਖੀਏ। ਹਰੇਕ ਦੇਸ਼ ਨੂੰ ਦੇ ਇਤਿਹਾਸ ਨੂੰ 3 ਭਾਗਾਂ ਦੇ ਵਿੱਚ ਯੁੱਗਾਂ ਦੇ ਵਿੱਚ ਵੰਡਿਆ ਜਾਂਦਾ ਹੈ। ਮੱਧਕਾਲੀਨ ਅਗਲਾ ਉੱਤਰ ਹੈ ਮੱਧਕਾਲੀਨ। ਫਿਰ ਭਾਰਤ ਵਿੱਚ 8ਵੀਂ ਸਦੀ ਤੋਂ 18ਵੀਂ ਸਦੀ ਦੇ ਸਮੇਂ ਨੂੰ ਮੱਧਕਾਲੀਨ ਯੁੱਗ ਕਿਹਾ ਜਾਂਦਾ ਹੈ। ਭਾਰਤ ਵਿੱਚ 8ਵੀਂ ਸਦੀ ਨੂੰ ਕਿਹੜੀ ਸਦੀ ਮੰਨਿਆ ਜਾਂਦਾ ਹੈ? ਪਰਿਵਰਤਨ ਦੀ ਸਦੀ। ਭਾਰਤ ਵਿੱਚ ਮੱਧਕਾਲੀਨ ਯੁੱਗ ਨੂੰ ਦੋ ਭਾਗਾਂ ਵਿੱਚ ਕਿਹੜੇ? ਮੁੱਢਲਾ ਮੱਧਕਾਲੀਨ ਯੁੱਗ ਅਤੇ ਉੱਤਰ ਮੱਧਕਾਲੀਨ ਯੁੱਗ ਵਿੱਚ ਵੰਡਿਆ ਹੋਇਆ ਹੈ। ਆਓ ਅੱਗੇ ਚੱਲੀਏ। ਖਾਲੀ ਥਾਂ ਪੜ੍ਹਦੇ ਹਾਂ। ਮੱਧਕਾਲੀਨ ਯੁੱਗ ਦੌਰਾਨ ਭਾਰਤ ਵਿੱਚ ਮੁਸਲਮਾਨਾਂ ਦੇ ਆਉਣ ਕਰਕੇ ਡੈਸ਼ ਸੱਭਿਆਚਾਰ ਦਾ ਵਿਕਾਸ ਹੋਇਆ। ਕਿਹੜੇ ਦਾ ਹੋਇਆ? ਮਿਸ਼ਰਤ ਸੱਭਿਆਚਾਰ ਦਾ। ਮੱਧਕਾਲੀਨ ਯੁੱਗ ਦੌਰਾਨ ਭਾਰਤ ਵਿੱਚ ਡੈਸ਼ ਅਤੇ ਡੈਸ਼ ਭਾਸ਼ਾ ਦਾ ਵਿਕਾਸ ਹੋਇਆ। ਕਿਹੜਾ? ਹਿੰਦੀ ਅਤੇ ਉਰਦੂ ਦਾ। ਡੈਸ਼ ਲਹਿਰ ਨੇ ਸੰਤਾਂ ਨੇ ਹਿੰਦੂ ਧਰਮ ਦੇ ਮੂਲ ਸਿਧਾਂਤਾਂ ਬਾਰੇ ਚੰਗੀ ਸੋਚ ਉਤਪੰਨ ਕੀਤੀ। ਇਸ ਦਾ ਉੱਤਰ ਹੈ ਭਗਤੀ ਲਹਿਰ ਦੇ ਸੰਤਾਂ ਨੇ। ਡੈਸ਼ ਨੇ ਇਸਲਾਮ ਧਰਮ ਦੇ ਮੂਲ ਸਿਧਾਂਤਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਸੂਫੀ ਸੰਤਾਂ ਨੇ। ਅਗਲੀ ਖਾਲੀ ਥਾਂ ਹੈ ਪ੍ਰਾਚੀਨ ਸਮਾਰਕ ਮੰਦਰ ਸਿੱਕੇ ਅਤੇ ਸ਼ਿਲਾਲੇਖ ਇਤਿਹਾਸਕ ਜਾਣਕਾਰੀ ਦੇ ਡੈਸ਼ ਸਰੋਤ ਹਨ? ਪੁਰਾਤੱਤਵ ਸਰੋਤ ਹਨ। ਆਓ ਅੱਗੇ ਚੱਲੀਏ। ਇਹ ਖਾਲੀ ਥਾਵਾਂ ਹਨ। ਆਓ ਇਹਨਾਂ ਦੇ ਉੱਤਰ ਵਿਚਾਰੀਏ। ਮੱਧਕਾਲੀਨ ਯੁੱਗ ਅੰਤਰਾਂ ਵਿੱਚ ਵਿਦੇਸ਼ੀ ਯਾਤਰੀਆਂ ਦੁਆਰਾ ਲਿਖੇ ਗਏ ਮਹੱਤਵਪੂਰਨ ਲੇਖ ਇਤਿਹਾਸ ਦੇ ਡੈਸ਼ ਸਰੋਤ ਹਨ। ਕਿਹੜੇ ਸਰੋਤ ਹਨ? ਸਾਹਿਤਕ ਸਰੋਤ ਹਨ। ਇਬਨ ਬਤੂਤਾ ਦੀ ਕਿਤਾਬ ਉਲ ਰਹਿਲਾ ਤੋਂ ਡੈਸ਼ ਦੇ ਰਾਜਕਾਲ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਕਿਸ ਦੇ ਬਾਰੇ? ਮੁਹੰਮਦ ਬਿਨ ਤੁਗਲਕ ਦੇ ਬਾਰੇ। ਕਿਸ ਨੇ ਵਿਜੇਨਗਰ ਰਾਜ ਦੀ ਯਾਤਰਾ ਕੀਤੀ? ਅਬਦੁਲ ਰਜ਼ਾਕ ਨੇ। ਅਗਲੀ ਖਾਲੀ ਥਾਂ ਹੈ ਸ਼ਾਸਕ ਸੰਗੀਤ ਦੇ ਬਹੁਤ ਪ੍ਰੇਮੀ ਸਨ। ਕਿਹੜੇ ਸ਼ਾਸਕ? ਮੁਗਲ ਸ਼ਾਸਕ। ਡੈਸ਼ ਮੁਗਲ ਸ਼ਾਸਕ ਅਕਬਰ ਦੇ ਦਰਬਾਰ ਦਾ ਪ੍ਰਸਿੱਧ ਸੰਗੀਤਕਾਰ ਸੀ। ਕੌਣ ਸੀ ਉਹ? ਤਾਨਸੈਨ। ਸਵੈ ਜੀਵਨੀਆਂ ਅਤੇ ਜੀਵਨੀਆਂ ਇਤਿਹਾਸ ਦਾ ਡੈਸ਼ ਸਰੋਤ ਹਨ? ਸਾਹਿਤਕ ਸਰੋਤ ਹਨ। ਆਓ ਅੱਗੇ ਚੱਲੀਏ। ਹੁਣ ਤੁਸੀਂ ਗਲਤ ਜਾਂ ਠੀਕ ਦੱਸਣਾ ਹੈ। ਭਾਰਤ ਇੱਕ ਉਪ ਮਹਾਂਦੀਪ ਹੈ। ਗਲਤ ਹੈ ਕਿ ਠੀਕ ਹੈ? ਇਹਦਾ ਉੱਤਰ ਹੈ, ਸੋਚ ਕੇ ਰੱਖੋ, ਪੂਰਵ ਕਾਲ ਵਿੱਚ ਭਾਰਤ ਨੂੰ ਹਿੰਦੁਸਤਾਨ ਜਾਂ ਭਾਰਤ ਵਰਸ਼ ਕਿਹਾ ਜਾਂਦਾ ਸੀ। ਵੈਦਿਕ ਕਾਲ ਵਿੱਚ ਭਾਰਤ ਨੂੰ ਆਰਿਆਵਰਤ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਯੂਨਾਨੀਆਂ ਨੇ ਭਾਰਤ ਲਈ ਇੰਡਸ ਸ਼ਬਦ ਦੀ ਵਰਤੋਂ ਨਹੀਂ ਕੀਤੀ।
ਇੰਡਸ ਸ਼ਬਦ ਦੀ ਵਰਤੋਂ ਨਹੀਂ ਕੀਤੀ। ਹਿਊਨ ਸੰਘ ਦੀ ਯਾਤਰਾ ਪਿੱਛੋਂ ਭਾਰਤ ਨੂੰ ਇੰਟੂ ਕਿਹਾ ਜਾਣ ਲੱਗਾ। ਆਓ ਪਹਿਲਾਂ ਦੇਖੀਏ ਠੀਕ ਉੱਤਰ। ਭਾਰਤ ਇੱਕ ਉਪ ਮਹਾਂਦੀਪ ਹੈ, ਠੀਕ ਹੈ। ਪੂਰਵ ਕਾਲ ਵਿੱਚ ਭਾਰਤ ਨੂੰ ਹਿੰਦੁਸਤਾਨ ਜਾਂ ਭਾਰਤ ਵਰਸ਼ ਕਿਹਾ ਜਾਂਦਾ ਸੀ। ਦੇਖੀਏ ਉੱਤਰ ਠੀਕ। ਵੈਦਿਕ ਕਾਲ ਵਿੱਚ ਭਾਰਤ ਨੂੰ ਆਰੀਆਵਰਤ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਠੀਕ। ਯੂਨਾਨੀਆਂ ਨੇ ਭਾਰਤ ਲਈ ਇੰਡਸ ਸ਼ਬਦ ਦੀ ਵਰਤੋਂ ਨਹੀਂ ਕੀਤੀ, ਇਹ ਉੱਤਰ ਹੈ ਗਲਤ। ਕੀਤੀ ਹੈ, ਇਸ ਲਈ ਇਹ ਉੱਤਰ ਹੋ ਗਿਆ ਗਲਤ। ਤੇ ਹਿਊਨ ਸੰਘ ਦੀ ਯਾਤਰਾ ਪਿੱਛੋਂ ਭਾਰਤ ਨੂੰ ਇੰਟੂ ਕਿਹਾ ਜਾਣ ਲੱਗਾ, ਠੀਕ ਉੱਤਰ। ਆਓ ਅੱਗੇ ਚਲੀਏ। ਚਿੱਤਰਕਾਰੀ ਅਤੇ ਸੰਗੀਤ ਦੀ ਪੁਰਾਤਨ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਚੰਗੇ ਸਰੋਤ ਹਨ। ਚਿੱਤਰਕਾਰੀ ਅਤੇ ਸੰਗੀਤ ਵੀ ਪੁਰਾਤਨ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਚੰਗੇ ਸਰੋਤ ਹਨ। ਰਾਜਿਆਂ ਅਤੇ ਰਾਜਵੰਸ਼ਾਂ ਦੇ ਬਿਰਤਾਂਤ ਇਤਿਹਾਸ ਦੇ ਪੁਰਾਤੱਤਵ ਸਰੋਤ ਹਨ। ਦਸਤਾਵੇਜ਼ ਵੱਖ-ਵੱਖ ਰਾਜਿਆਂ ਵਿਚਕਾਰ ਹੋਈਆਂ ਸੰਧੀਆਂ ਦੀ ਜਾਣਕਾਰੀ ਪ੍ਰਾਪਤ ਕਰਨ ਦਾ ਇੱਕ ਚੰਗਾ ਸਰੋਤ ਹਨ। ਭਾਰਤ ਵਿੱਚ 10ਵੀਂ ਸਦੀ ਨੂੰ, ਕਿਹੜੀ ਸਦੀ ਨੂੰ? 10ਵੀਂ ਸਦੀ ਨੂੰ ਪਰਿਵਰਤਨ ਦੀ ਸਦੀ ਮੰਨਿਆ ਜਾਂਦਾ ਹੈ। ਆਓ ਉੱਤਰ ਦੇਖੀਏ। ਪਹਿਲਾ ਜਿਹੜੀ ਹੈ ਉਹ ਹੈ ਠੀਕ। ਚਿੱਤਰਕਾਰੀ ਅਤੇ ਸੰਗੀਤ ਦੀ ਪੁਰਾਤਨ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਚੰਗੇ ਸਰੋਤ ਹਨ, ਠੀਕ ਹੈ। ਅਗਲਾ ਹੈ ਰਾਜਿਆਂ ਅਤੇ ਰਾਜਵੰਸ਼ਾਂ ਦੇ ਬਿਰਤਾਂਤ ਇਤਿਹਾਸ ਦੇ ਪੁਰਾਤੱਤਵ ਸਰੋਤ ਹਨ, ਗਲਤ। ਪੁਰਾਤੱਤਵ ਸਰੋਤ ਹਨ, ਇਸ ਕਰਕੇ ਨਹੀਂ ਹਨ, ਇਹ ਉੱਤਰ ਗਲਤ ਹੋ ਗਿਆ। ਦਸਤਾਵੇਜ਼ ਵੱਖ-ਵੱਖ ਰਾਜਾਂ ਵਿਚਕਾਰ ਹੋਈਆਂ ਸੰਧੀਆਂ ਦੀ ਜਾਣਕਾਰੀ ਪ੍ਰਾਪਤ ਕਰਨ ਦਾ ਇੱਕ ਚੰਗਾ ਸਰੋਤ ਹਨ, ਠੀਕ ਹੈ। ਭਾਰਤ ਵਿੱਚ 10ਵੀਂ ਸਦੀ ਨੂੰ, ਕਿਹੜੀ ਸਦੀ ਨੂੰ? 10ਵੀਂ ਨੂੰ ਮੰਨਿਆ ਗਿਆ ਹੈ। ਵੇਖੀਏ ਉੱਤਰ ਕੀ ਹੈ? ਗਲਤ, ਕਿਉਂਕਿ 8ਵੀਂ ਸਦੀ ਨੂੰ ਮੰਨਿਆ ਗਿਆ ਹੈ। ਆਓ ਅੱਗੇ ਚਲੀਏ। ਮੱਧਕਾਲੀਨ ਯੁੱਗ ਦੌਰਾਨ ਹਿੰਦੀ ਅਤੇ ਉਰਦੂ ਭਾਸ਼ਾ ਦਾ ਬਹੁਤ ਵਿਕਾਸ ਹੋਇਆ, ਠੀਕ ਹੈ। ਬਰਤਨ, ਹਥਿਆਰ, ਸੰਦ, ਗਹਿਣੇ ਅਤੇ ਚਿੱਤਰ ਇਤਿਹਾਸ ਦੇ ਪੁਰਾਤੱਤਵ ਸਰੋਤ ਹਨ। ਜਾਮਾ ਮਸਜਿਦ ਅਤੇ ਮੋਦੀ ਮਸਜਿਦ ਭਾਰਤੀ ਇਤਿਹਾਸ ਦੇ ਪੁਰਾਤੱਤਵ ਸਰੋਤਾਂ ਦੀਆਂ ਉਦਾਹਰਨਾਂ ਨਹੀਂ ਹਨ। ਕੀ ਹਨ? ਨਹੀਂ ਹਨ, ਇਹ ਉੱਤਰ ਗਲਤ ਹੈ, ਕਿਉਂਕਿ ਪੁਰਾਤੱਤਵ ਸਰੋਤ ਦੀਆਂ ਉਦਾਹਰਨਾਂ ਹਨ। ਆਓ ਅੱਗੇ ਚਲੀਏ। ਸਹੀ ਜਾਂ ਗਲਤ ਦਾ ਨਿਸ਼ਾਨ ਫਿਰ ਲਗਾਵਾਂਗੇ। ਮੱਧਕਾਲੀਨ ਯੁੱਗ ਨੂੰ ਮੁੱਢਲਾ ਮੱਧਕਾਲੀਨ ਯੁੱਗ ਅਤੇ ਉੱਤਰ ਮੱਧਕਾਲੀਨ ਯੁੱਗ ਵਿੱਚ ਵੰਡਿਆ ਗਿਆ ਹੈ, ਸਹੀ। ਅਗਲਾ, ਮੱਧਕਾਲੀਨ ਯੁੱਗ ਦੌਰਾਨ ਬਹੁਤ ਸਾਰੇ ਸਮਾਜਿਕ ਰੀਤੀ ਰਿਵਾਜ ਅਤੇ ਧਾਰਮਿਕ ਵਿਸ਼ਵਾਸ ਹੋਂਦ ਵਿੱਚ ਨਹੀਂ ਆਏ, ਇਸ ਕਰਕੇ ਦੇਖੀਏ ਕੀ ਹੈ? ਗਲਤ। ਆਏ ਸਨ। ਅਗਲੀ ਖਾਲੀ ਥਾਂ, ਅਗਲੀ ਨਿਸ਼ਾਨ ਹੈ ਮੱਧਕਾਲੀਨ ਯੁੱਗ ਵਿੱਚ ਵਪਾਰ ਅਤੇ ਵਣਜ ਦੇ ਵਿਕਾਸ ਲਈ ਵਿਸ਼ੇਸ਼ ਸੁਧਾਰ ਕੀਤੇ ਗਏ, ਠੀਕ ਹੈ। ਮੱਧਕਾਲੀਨ ਯੁੱਗ ਦੌਰਾਨ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਆਪਸੀ ਸੰਬੰਧ ਸਥਾਪਿਤ ਨਹੀਂ ਹੋਏ। ਕੀ ਹੈ? ਨਹੀਂ ਹੋਏ, ਇਸ ਦਾ ਉੱਤਰ ਕੀ ਹੈ? ਗਲਤ। ਹੋਏ ਸਨ। ਆਓ ਅੱਗੇ ਚਲੀਏ। ਆਰੰਭ ਵਿੱਚ ਮਨੁੱਖ ਨੇ ਕਿੱਥੇ ਰਹਿਣਾ ਸ਼ੁਰੂ ਕੀਤਾ? ਜੰਗਲਾਂ ਵਿੱਚ, ਨਦੀਆਂ ਦੇ ਕਿਨਾਰਿਆਂ 'ਤੇ, ਨਦੀਆਂ ਤੋਂ ਦੂਰ ਅਤੇ ਮੈਦਾਨੀ ਭਾਗਾਂ ਦੇ ਵਿੱਚ। ਉੱਤਰ ਵੇਖੀਏ, ਨਦੀਆਂ ਦੇ ਕਿਨਾਰਿਆਂ 'ਤੇ। ਅਗਲਾ ਪ੍ਰਸ਼ਨ ਹੈ, ਪੂਰਵ ਕਾਲ ਸਮੇਂ ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਭਾਰਤੀ ਉਪ ਮਹਾਂਦੇਸ਼ ਦਾ ਹਿੱਸਾ ਨਹੀਂ ਸੀ? ਨੇਪਾਲ, ਚੀਨ, ਭੂਟਾਨ, ਬੰਗਲਾਦੇਸ਼। ਕਿਹੜਾ ਸੀ? ਚੀਨ। ਬਾਈਬਲ ਵਿੱਚ ਭਾਰਤ ਲਈ ਕਿਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ? ਭਾਰਤ ਵਰਸ਼, ਹੋਡੂ, ਇੰਡਸ, ਤਾਇਚੁਨ। ਦੇਖੀਏ ਕਿਹੜਾ ਉੱਤਰ ਹੈ? ਹੋਡੂ। ਆਓ ਅੱਗੇ ਚਲੀਏ। ਸਹੀ ਉੱਤਰ ਚੁਣਨਾ ਹੈ। ਭਾਰਤ ਦੀ ਕਿਹੜੀ ਸਦੀ ਨੂੰ ਪਰਿਵਰਤਨ ਦੀ ਸਦੀ ਕਿਹਾ ਗਿਆ ਹੈ? 7ਵੀਂ, 8ਵੀਂ, 19ਵੀਂ ਅਤੇ ਇਹਨਾਂ ਵਿੱਚੋਂ ਕੋਈ ਵੀ ਨਹੀਂ, ਤਾਂ ਇਸ ਦਾ ਉੱਤਰ ਹੈ 8ਵੀਂ ਸਦੀ। ਅਗਲਾ ਪ੍ਰਸ਼ਨ ਹੈ, 18ਵੀਂ ਸਦੀ ਦੇ ਮੱਧ ਵਿੱਚ ਕਿਹੜੇ ਸਾਮਰਾਜ ਦਾ ਖਾਤਮਾ ਹੋਇਆ? ਮੁਗਲ, ਕੁਸ਼ਾਨ, ਪੱਲਵ। ਇਹਨਾਂ ਵਿੱਚੋਂ ਕੋਈ ਵੀ ਨਹੀਂ।
आओ देखिए, मुगल साम्राज्य का खात्मा होया। अगला प्रश्न है, मध्यकालीन युग का अंत किहड़ी शक्ति के सत्ता विच आउण नाल होया? ऑप्शन हैं अंग्रेज, मुगल, यूनानी, तो इन्हां विचों कोई भी नहीं। आओ देखिए किहड़ा है, अंग्रेज। अगला क्वेश्चन है, इंडस शब्द की वरतों लई भारत लई किस जाति के लोगों ने की? इंडस शब्द की वरतों भारत लई किस जाति के लोगों ने की? चीनी, ईरानी, यूनानी, इन्हां विचों कोई भी नहीं। तो देखिए किहड़ा उत्तर है, यूनानी। आओ अगे चलिए। भारत लई होडू शब्द की वरतों किस विच कीती गई है? कुरान, बाइबल, सामवेद, इन्हां विचों कोई भी नहीं। तो इसका ठीक उत्तर है बाइबल दे विच। आओ अगे वधिए। फिर असी हुण तुसीं इसके उत्तर सोच के देने हैं। असी कल कोणार्क मंदिर की यात्रा की अते भारत के मध्यकालीन इतिहास बारे जानिया। असी इतिहास के किहड़े स्रोतों ये जानकारी लई? ऑप्शन हैं पुरातत्व स्रोत, ਸਾਹਿਤਕ स्रोत, विदेशी स्रोत, उपरोक्त विचों कोई भी नहीं। तो आओ वेखिए इसका उत्तर की है, पुरातत्व स्रोत। अगला प्रश्न है, इबन बतूता की किताब उल रहेला रहे तो किस साम्राज्य की जानकारी प्राप्त होती है? ऑप्शन हैं तुगलक वंश, मुगल वंश, लोधी वंश, उपरोक्त विचों कोई भी नहीं। तो इसका आंसर है तुगलक वंश। अगला प्रश्न, तानसेन किस दे दरबार विच प्रसिद्ध संगीतकार सी? ऑप्शन हैं बाबर, अकबर, जहांगीर अते शाहजहां। तो सही उत्तर है अकबर। आओ अगे वधिए। भारत विच मध्यकालीन युग का समा काल किहड़ा है? 8वीं तो 18वीं सदी, 10वीं तो 12वीं सदी, 8वीं तो 12वीं सदी, उपरोक्त विचों कोई भी नहीं। तो मध्यकालीन का समा है 8वीं तो 18वीं सदी। अगला प्रश्न है, मध्यकालीन युग दौरान भारतीय सभ्याचार किहो जिहा सी? तो ऑप्शन हैं हिंदू सभ्याचार, मुस्लिम सभ्याचार, मिश्रित सभ्याचार अते ईरानी सभ्याचार। तो इसका उत्तर की है, आओ देखिए, मिश्रित सभ्याचार। आओ अगे वधिए। सिक्कियां तो भारतीय इतिहास के किस पक्ष की जानकारी प्राप्त होती है? तो ऑप्शन हैं इतिहासक घटनावां की, आर्थिक खेत्र की, महत्वपूर्ण मितियां की, ते उपरोक्त सब प्रकार की। तो इसका उत्तर देखिए आपां, आर्थिक खेत्र की। अगला प्रश्न है, हेठ लिखियां विचों किहड़ा इतिहास का ਸਾਹਿਤਕ स्रोत नहीं है? शिलालेख, दस्तावेज, राजियां ते राजवंशां के बिरतांत, धार्मिक पुस्तकां। तो इसका जिहड़ा उत्तर है वह है शिलालेख, क्योंकि शिलालेख पुरातत्व स्रोत हैं, बाकी सारे ਸਾਹਿਤਕ स्रोत हैं, इसलिए शिलालेख ये सही ऑप्शन है। अगला क्वेश्चन है, जेकर तुसी मध्यकालीन युग के शासकों के जीवन के रजेवां बारे जानना चाहते हो तो तुहानूं किहड़ा स्रोत पढ़ना पवेगा? ऑप्शन हैं धार्मिक ग्रंथ, दस्तावेज, शासकों के बिरतांत, उपरोक्त विचों कोई भी नहीं। तो उत्तर है शासकों के बिरतांत। अगे चलते हैं। रवि इबन बतूता का लेख किताब उल रहेला पढ़ रहा है, इस तो उसनों किस राजकाल बारे जानकारी प्राप्त होगी? तो इसदियां ऑप्शनां हैं फिरोज तुगलक, मुहम्मद बिन तुगलक, उपरोक्त दोनों, उपरोक्त विचों कोई भी नहीं। तो इसका जिहड़ा उत्तर है वह है मुहम्मद बिन तुगलक, क्योंकि आप पिछे पढ़ के आए हैं। आओ अगे वधिए। राम मिश्रित सभ्याचार बारे जानना चाहता है,
ਇਸ ਲਈ ਉਹ ਕਿਸ ਸੰਗੀਤਕਾਰ ਦਾ ਅਧਿਐਨ ਕਰੇਗਾ। ਕੁਐਸਚਨ ਫਿਰ ਸੁਣੋ। ਰਾਮ ਮਿਸ਼ਰਤ ਸੱਭਿਆਚਾਰ ਬਾਰੇ ਜਾਣਨਾ ਚਾਹੁੰਦਾ ਹੈ, ਇਸ ਲਈ ਉਹ ਕਿਸ ਸੰਗੀਤਕਾਰ ਦਾ ਅਧਿਐਨ ਕਰੇਗਾ। ਤਾਂ ਆਪਸ਼ਨ ਹਨ ਸਵਾਮੀ ਹਰੀਦਾਸ, ਤਾਨਸੇਨ, ਬੈਜੂ ਬਾਵਰਾ ਜਾਂ ਉਪਰੋਕਤ ਸਾਰੇ। ਤਾਂ ਇਸ ਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਉਪਰੋਕਤ ਸਾਰੇ, ਕਿਉਂਕਿ ਸਾਰੇ ਮਿਲ ਕੇ ਹੀ ਮਿਸ਼ਰਤ ਸੱਭਿਆਚਾਰ ਨੂੰ ਬਣਾਉਣਗੇ, ਇਸ ਲਈ ਜਿਹੜਾ ਇਹਦਾ ਉੱਤਰ ਹੈ ਉਪਰੋਕਤ ਸਾਰੇ। ਆਓ ਅੱਗੇ ਚੱਲੀਏ। ਗੁਰਮੀਤ ਮੱਧਕਾਲੀਨ ਯੁੱਗ ਦੀਆਂ ਹਸਤੀਆਂ ਦੇ ਆਰਥਿਕ ਹਾਲਾਤਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਹੈ, ਉਹ ਕਿਸ ਪੁਰਾਤੱਤਵ ਸਰੋਤ ਦਾ ਅਧਿਐਨ ਕਰੇਗਾ। ਸਿੱਕੇ, ਹਥਿਆਰ, ਚਿੱਤਰ, ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਕਿਉਂਕਿ ਗੱਲ ਆਰਥਿਕ ਹਾਲਾਤਾਂ ਬਾਰੇ ਹੋ ਰਹੀ ਹੈ, ਤਾਂ ਆਪਸ਼ਨ ਦੇ ਵਿੱਚੋਂ ਜਿਹੜਾ ਸਹੀ ਆਪਸ਼ਨ ਹੈ ਉਹ ਹੈ ਸਿੱਕੇ, ਕਿਉਂਕਿ ਸਿੱਕੇ ਕਿਸੇ ਯੁੱਗ ਦੀ ਆਰਥਿਕ ਹਾਲਤ ਬਾਰੇ ਜਾਣਕਾਰੀ ਦਿੰਦੇ ਹਨ। ਆਓ ਅੱਗੇ ਚੱਲੀਏ। ਕਿਸ ਯਾਤਰੀ ਨੇ ਵਿਜੇਨਗਰ ਦੀ ਯਾਤਰਾ ਕਰਕੇ ਉਸ ਬਾਰੇ ਲਿਖਿਆ ਹੈ। ਆਪਸ਼ਨ ਹਨ ਅਲਬਰੂਨੀ, ਹਿਊਨ-ਸਾਂਗ, ਅਬਦੁਲ ਰਜ਼ਾਕ ਅਤੇ ਉਪਰੋਕਤ ਸਾਰੇ। ਤਾਂ ਸਹੀ ਆਪਸ਼ਨ ਹੈ ਅਬਦੁਲ ਰਜ਼ਾਕ। ਮੰਨ ਲਓ ਰਿਤੂ ਕੋਨਾਰਕ ਅਤੇ ਖੁਜਰਾਹੋ ਜਾ ਰਹੀ ਹੈ, ਤਾਂ ਉਹ ਕਿਸ ਕਿਸਮ ਦੇ ਸਰੋਤ ਤੋਂ ਜਾਣਕਾਰੀ ਪ੍ਰਾਪਤ ਕਰੇਗੀ। ਆਪਸ਼ਨ ਹਨ ਸਾਹਿਤਕ ਸਰੋਤ, ਆਧੁਨਿਕ ਸਰੋਤ, ਪੁਰਾਤੱਤਵ ਅਤੇ ਉਪਰੋਕਤ ਵਿੱਚੋਂ ਕੋਈ ਵੀ ਨਹੀਂ। ਤਾਂ ਸਹੀ ਆਪਸ਼ਨ ਹੈ ਪੁਰਾਤੱਤਵ ਸਰੋਤ। ਅੱਗੇ ਚੱਲਦੇ ਹਾਂ। ਅਮਿਤ ਨੇ ਭਾਰਤ ਦਾ ਨਾਂ ਇੰਟੂ ਪੜ੍ਹਿਆ, ਉਹ ਕਿਸ ਯਾਤਰੀ ਦਾ ਬਿਰਤਾਂਤ ਪੜ੍ਹ ਰਿਹਾ ਹੈ। ਤਾਂ ਆਪਸ਼ਨ ਹਨ ਅਲਬਰੂਨੀ, ਹਿਊਨ-ਸਾਂਗ, ਅਬਦੁਲ ਰਜ਼ਾਕ ਅਤੇ ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਸਹੀ ਆਪਸ਼ਨ ਹੈ ਹਿਊਨ-ਸਾਂਗ। ਅੱਗੇ ਆਪਾਂ ਗੱਲ ਕਰਦੇ ਹਾਂ ਭਾਰਤੀ ਮਹਾਂਦੀਪ ਵਿੱਚ ਵਰਤਮਾਨ ਦੇ ਕਿਹੜੇ ਦੇਸ਼ ਸ਼ਾਮਲ ਸਨ। ਪਹਿਲੀ ਆਪਸ਼ਨ ਹੈ ਭਾਰਤ, ਅਫਗਾਨਿਸਤਾਨ, ਪਾਕਿਸਤਾਨ, ਨੇਪਾਲ। ਦੂਜੀ ਆਪਸ਼ਨ ਹੈ ਭਾਰਤ, ਅਫਗਾਨਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼, ਪਾਕਿਸਤਾਨ। ਤੀਜੀ ਆਪਸ਼ਨ ਹੈ ਸਿਰਫ ਇੱਕ। ਤਾਂ ਸਹੀ ਆਪਸ਼ਨ ਸੀ ਦੂਜੀ, ਕਿਉਂਕਿ ਅਸੀਂ 6 ਦੇਸ਼ਾਂ ਦੇ ਵਿੱਚ ਪੜ੍ਹ ਕੇ ਆਏ ਹਾਂ, ਇਸ ਵਿੱਚ ਸ਼ਾਮਲ ਸਨ। ਆਓ ਪ੍ਰਸ਼ਨਾਂ ਦੇ ਉੱਤਰ ਦੇਈਏ। ਭਾਰਤ ਵਿੱਚ ਕਿਸ ਸਦੀ ਨੂੰ ਪਰਿਵਰਤਨ ਦੀ ਸਦੀ ਮੰਨਿਆ ਗਿਆ ਹੈ। 8ਵੀਂ ਸਦੀ ਨੂੰ। ਵੈਦਿਕ ਕਾਲ ਵਿੱਚ ਭਾਰਤ ਨੂੰ ਕੀ ਕਿਹਾ ਜਾਂਦਾ ਸੀ। ਆਰਿਆ ਵਰਤ। ਅਗਲਾ ਪ੍ਰਸ਼ਨ ਹੈ ਬਾਈਬਲ ਵਿੱਚ ਭਾਰਤ ਨੂੰ ਕੀ ਕਿਹਾ ਗਿਆ ਹੈ। ਹੋਡੂ। ਚੀਨੀਆਂ ਨੇ ਭਾਰਤ ਨੂੰ ਕੀ ਨਾਂ ਦਿੱਤਾ। ਉੱਤਰ ਹੈ ਤਾਈਚੂਨ। ਮੱਧਕਾਲ ਦੇ ਅੰਤ ਸਮੇਂ ਭਾਰਤ ਵਿੱਚ ਕਿਸ ਵਿਦੇਸ਼ੀ ਸ਼ਕਤੀ ਦਾ ਦਾਖਲਾ ਹੋਇਆ। ਤਾਂ ਉੱਤਰ ਹੈ ਅੰਗਰੇਜ਼। ਉਮੀਦ ਹੈ ਤੁਹਾਨੂੰ ਇਹ ਜਿਹੜਾ ਦੁਰਾਹੀ ਵਾਲਾ ਸੈਕਸ਼ਨ ਪਸੰਦ ਆਇਆ ਹੋਊਗਾ। ਧੰਨਵਾਦ, ਸ਼ੁਕਰੀਆ।